हाँ जी दोस्तों, सत श्री अकाल, आदाब, नमस्कार। ਅੱਜ ਦਾ ਇਹ ਦੂਜਾ ਟਰਕਿੰਗ ਭਾਈਚਾਰਾ ਸ਼ੋਅ ਲੈ ਕੇ ਤੁਹਾਡੇ ਕਦਮਾਂ ਦੇ ਵਿੱਚ ਫਿਰ ਹਾਜ਼ਰ ਹਾਂ। ਮੈਂ ਇਸ ਫੇਸਬੁੱਕ ਲਾਈਵ ਸ਼ੁਰੂ ਕਰਨ ਤੋਂ ਪਹਿਲਾਂ ਦੋ ਗੱਲਾਂ ਮੈਂ ਜ਼ਰੂਰ ਦੱਸਣੀਆਂ ਚਾਹੁੰਦਾ ਕਿ ਇਹ ਫੇਸਬੁੱਕ ਲਾਈਵ ਜੋ ਹੈ ਹੁਣ ਤੁਸੀਂ ਸਾਡੇ YouTube ਚੈਨਲ ਜਿਹਦਾ ਕਿ ਨਾਮ ਵੀ ਟਰਕਿੰਗ ਭਾਈਚਾਰਾ ਹੈ, ਸੋ ਸਾਡੇ YouTube ਚੈਨਲ ਟਰਕਿੰਗ ਭਾਈਚਾਰਾ ਦੇ ਉੱਤੇ ਜਾ ਕੇ ਵੀ ਬਾਅਦ ਵਿੱਚ ਕਦੇ ਵੀ ਇਹ ਵੀਡੀਓ ਜਿਹੜੀਆਂ ਉਹ ਸੁਣ ਸਕਦੇ ਹੋ, ਕਿਉਂਕਿ ਸਾਡਾ ਮਕਸਦ ਇਹ ਹੈ ਕਿ ਜਿਹੜਾ ਇਹ ਸ਼ੋਅ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਾਂ ਅਸੀਂ ਸ਼ੁਰੂ ਕੀਤਾ ਇਹਦਾ ਵੱਧ ਤੋਂ ਵੱਧ ਟਰਕਿੰਗ ਭਾਈਚਾਰਾ ਬੈਨੀਫਿਟ ਲਵੇ, ਟਰਕਿੰਗ ਭਾਈਚਾਰੇ ਦੇ ਲੋਕ ਇਸ ਫੇਸਬੁੱਕ ਲਾਈਵ ਤੋਂ ਵੱਧ ਤੋਂ ਵੱਧ ਫਾਇਦਾ ਉਠਾ ਸਕਣ। ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਗੁਜ਼ਾਰਿਸ਼ ਹੈ, ਦਰਖਾਸਤ ਹੈ ਕਿ ਇਸ YouTube ਚੈਨਲ ਨੂੰ ਜਿਹੜਾ ਕਿ ਟਰਕਿੰਗ ਭਾਈਚਾਰਾ ਦਾ YouTube ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰੋ, ਉਸ ਨੂੰ ਲਾਈਕ ਕਰੋ, ਨੋਟੀਫਿਕੇਸ਼ਨ ਦੇ ਆਈਕਨ ਦੇ ਉੱਤੇ ਉਹਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਕਲੀ ਜਿਹੜੀਆਂ ਵੀਡੀਓਜ਼ ਹਨ ਜਿਹੜੀਆਂ ਤੁਹਾਨੂੰ ਹਰ ਵੀਕ ਸਾਡੇ ਵੱਲੋਂ ਵੀਡੀਓ ਪੇਸ਼ ਕੀਤੀਆਂ ਜਾਣਗੀਆਂ, ਸਾਡੇ ਵੱਲੋਂ ਜਿਹੜੀਆਂ ਡਿਸਕਸ਼ਨਸ ਕੀਤੀਆਂ ਜਾਣਗੀਆਂ ਉਸ ਦਾ ਤੁਸੀਂ ਫਾਇਦਾ ਉਠਾ ਸਕੋ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ YouTube ਚੈਨਲ ਟਰਕਿੰਗ ਭਾਈਚਾਰਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਨੋਟੀਫਿਕੇਸ਼ਨ ਦਾ ਬਟਨ ਜਿਹੜਾ ਆ ਉਹਨੂੰ ਦਬਾਉਣਾ ਨਾ ਭੁੱਲੋ ਤਾਂ ਕਿ ਜਿਹੜੀਆਂ ਅਗਲੀਆਂ ਸਾਡੀਆਂ ਵੀਡੀਓਜ਼ ਅਸੀਂ ਹਰ ਸੰਡੇ ਜਾਂ ਮੰਡੇ ਸਵੇਰ ਨੂੰ ਜਿਹੜੀਆਂ ਵੀ ਪੋਸਟ ਕਰਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਆਵੇ ਔਰ ਤੁਸੀਂ ਉਸ ਟੌਪਿਕ ਦਾ ਬੈਨੀਫਿਟ ਲੈ ਸਕੋ। ਸੋ ਜਿਵੇਂ ਕਿ ਅਸੀਂ ਪਹਿਲਾਂ ਪੋਸਟ ਕਰ ਚੁੱਕੇ ਹਾਂ ਕਿ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈ ਟਰਕਿੰਗ ਕੰਪਨੀ ਖੋਲਣ ਵਾਸਤੇ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਟਰਕਿੰਗ ਕੰਪਨੀ ਖੋਲਣ ਵਾਸਤੇ ਕਿਹੋ ਜਿਹੇ ਪਰਮਿਟਸ ਦੀ ਤੁਹਾਨੂੰ ਲੋੜ ਹੈ, ਕਿਵੇਂ ਟਰਕਿੰਗ ਕੰਪਨੀ ਅਸੀਂ ਸਟਾਰਟ ਕਰਨੀ ਹੈ। ਸੋ ਉਹ ਸੱਜਣ ਜਿਨ੍ਹਾਂ ਨੇ ਟਰਕਿੰਗ ਕੰਪਨੀ ਹਾਲੇ ਸਟਾਰਟ ਕਰਨੀ ਹੈ ਜਾਂ ਉਹ ਐਜ਼ ਅ ਡਰਾਈਵਰ ਕਿਸੇ ਦੇ ਨਾਲ ਚੱਲ ਰਹੇ ਹਨ, ਉਹਨਾਂ ਨੇ ਆਪਣੇ ਟਰੱਕ ਲੈਣੇ ਹਨ ਜਾਂ ਉਹਨਾਂ ਦੇ ਜਿਹੜੇ ਉਹ ਸੱਜਣ ਜਿਹੜੇ ਓਨਰ ਆਪਰੇਟਰ ਐਜ਼ ਅ ਕਿਸੇ ਕੰਪਨੀ ਦੇ ਨਾਲ ਚੱਲ ਰਹੇ ਹਨ, ਆਪਣੇ ਉਹਨਾਂ ਦੇ ਕੋਲ ਅਥਾਰਟੀਜ਼ ਨਹੀਂ ਹਨ, ਉਹਨਾਂ ਨੇ ਬਸ ਉਹਨਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਹਨ, ਉਹਨਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਅਖੀਰਲੇ 10 ਮਿੰਟ ਦਾ ਜਿਹੜਾ ਸੈਗਮੈਂਟ ਹੈ 7:25 ਤੋਂ ਲੈ ਕੇ 7:35 ਤੱਕ ਤੁਸੀਂ ਸਾਨੂੰ ਲਾਈਵ ਕੁਐਸਚਨ ਪੁੱਛ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਹੈ ਉਹ ਜਵਾਬ ਉਸ ਕੁਐਸਚਨ ਦਾ ਆਨਸਰ ਕਰਨਾ, ਉਸ ਪ੍ਰਸ਼ਨ ਦਾ ਸਵਾਲ ਜਿਹੜਾ ਜਵਾਬ ਦੇਣਾ ਹੈ ਉਹ ਸਮਝਦਾ ਕਿ ਸਾਡਾ ਅਖਲਾਕੀ ਫਰਜ਼ ਵੀ ਹੈ ਔਰ ਇਸ ਪ੍ਰੋਗਰਾਮ ਦਾ ਮਕਸਦ ਵੀ। ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਟਰਕਿੰਗ ਕੰਪਨੀ ਖੋਲਣ ਜਾਂਦੇ ਹਾਂ ਤਾਂ ਸਾਨੂੰ ਇਹ ਗੱਲ ਬਹੁਤ ਹੀ ਚੰਗੀ ਤਰ੍ਹਾਂ ਕਲੀਅਰ ਹੋਣੀ ਚਾਹੀਦੀ ਹੈ ਕਿ ਅਸੀਂ ਟਰਕਿੰਗ ਕੰਪਨੀ ਕਿਸ ਤਰ੍ਹਾਂ ਦੀ ਖੋਲਣੀ, ਅਸੀਂ ਇੰਟਰਸਟੇਟ ਕੰਪਨੀ ਖੋਲਣੀ ਹੈ ਜਾਂ ਇੰਟਰਸਟੇਟ ਕੰਪਨੀ ਖੋਲਣੀ ਹੈ। ਸੋ ਅਗਰ ਅਸੀਂ ਇੰਟਰਸਟੇਟ ਕੰਪਨੀ ਖੋਲਣੀ ਹੈ ਤਾਂ ਥੋੜਾ ਜਿਹਾ ਟੂ ਮਾਤਰ ਮੈਂ ਆਪਣੇ ਪਿਛਲੇ ਲਾਈਵ ਦੇ ਵਿੱਚ ਵੀ ਥੋੜਾ ਜਿਹਾ ਇਸ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਦੋਂ ਅਸੀਂ ਇੰਟਰਸਟੇਟ ਟਰਕਿੰਗ ਕੰਪਨੀ ਜਿਹਦੇ ਵਿੱਚ ਅਸੀਂ ਲੋਕਲ ਲੋਡ ਚੱਕ ਕੇ ਲੋਕਲ ਲਾਉਣਾ ਹੁੰਦਾ, ਉਹ ਬੜਾ ਤਫਸੀਲ ਦੇ ਨਾਲ ਸਮਝਾਇਆ ਸੀ ਕਿ ਇੰਟਰਸਟੇਟ ਜਿਹੜੀ ਹੈ ਉਹਦੇ ਵਿੱਚ ਸੈਂਡ ਐਂਡ ਗ੍ਰੈਵਲ ਡਰਾਈਵ ਵੈਨ ਦਾ ਕੰਮ ਆਉਂਦਾ ਹੈ, ਉਹਦੇ ਵਿੱਚ ਜਿਹੜੇ ਆਪਣੇ ਰੇਲ ਰੋਡ ਹੈ ਜਾਂ ਜਿਹੜਾ ਤੁਹਾਡਾ ਸੀ ਪੋਰਟ ਦਾ ਕੰਮ ਹੈ ਜਿਹਨੂੰ ਅਸੀਂ ਆਮ ਲਫ਼ਜ਼ਾਂ ਵਿੱਚ ਕੰਟੇਨਰ ਦਾ ਬਿਜ਼ਨਸ ਕਹਿੰਦੇ ਆ, ਉਹ ਇਸ ਦਾਇਰੇ ਦੇ ਅਧੀਨ ਨਹੀਂ ਆਉਂਦਾ। ਸੋ ਜਿਹਨਾਂ ਨੇ ਇੰਟਰਸਟੇਟ DOT ਜਾਂ ਇੰਟਰਸਟੇਟ ਕੰਪਨੀ ਖੋਲਣੀ ਹੈ ਉਹਨਾਂ ਵਾਸਤੇ ਮੋਟੇ ਰੂਪ ਦੇ ਵਿੱਚ ਉਹਨਾਂ ਨੂੰ 3 ਪਰਮਿਟ ਚਾਹੀਦੇ ਹਨ। ਪਹਿਲਾ ਇੰਟਰਸਟੇਟ DOT, ਦੂਜਾ CA ਨੰਬਰ, ਤੀਜਾ ਮੋਟਰ ਕੈਰੀਅਰ ਨੰਬਰ। ਅਗਰ ਉਹ ਸੱਜਣ ਦੀ ਕੰਪਨੀ ਜਿਹੜੀ ਹੈ ਜਾਂ ਉਹ ਕੰਪਨੀ ਜਿਹੜੀ ਹੈ ਉਹ ਇੰਡੀਵਿਜੂਅਲ ਹੈ ਤਾਂ ਇਹ 3 ਪਰਮਿਟਸ ਜਿਹੜੇ ਆ ਇਸ ਦੇ ਨਾਲ ਅਸੀਂ ਕੰਪਨੀ ਵਿੱਚ ਕਿਸੇ ਵੀ ਟਰਕਿੰਗ ਕੰਪਨੀ ਦੇ ਅੰਦਰ ਕੈਲੀਫੋਰਨੀਆ ਤੋਂ ਚੱਕ ਕੇ ਕੈਲੀਫੋਰਨੀਆ ਵਿੱਚ ਲੋਡ ਜਿਹੜਾ ਉਹ ਪਿਕ ਕਰਕੇ ਡ੍ਰੌਪ ਕਰ ਸਕਦੇ ਹਾਂ, ਚੁੱਕ ਕੇ ਉਹ ਲੋਡ ਲਾ ਸਕਦੇ ਹਾਂ। ਇੱਕ ਵਾਰ ਮੈਂ ਫਿਰ ਦੁਹਰਾ ਦਿਆਂ ਕਿ ਕੰਟੇਨਰ ਬਿਜ਼ਨਸ ਜਿਹੜਾ ਹੈ ਉਹ ਇਸ ਦਾਇਰੇ ਦੇ ਵਿੱਚ ਨਹੀਂ ਆਉਂਦਾ। ਉਸ ਤੋਂ ਬਾਅਦ ਜਿਹੜੀ ਇੰਟਰਸਟੇਟ ਕੰਪਨੀ ਹੈ, ਥੋੜਾ ਜਿਹਾ ਮੈਂ ਇੱਥੇ ਰੁਕ ਜਾਵਾਂ ਕਿ ਜਿਹੜੇ ਸੱਜਣ ਕਾਰਪੋਰੇਸ਼ਨ ਦੇ ਅੰਡਰ ਬਿਜ਼ਨਸ ਕਰਦੇ ਹਨ ਜਾਂ LLC ਦੇ ਅੰਡਰ ਬਿਜ਼ਨਸ ਕਰਦੇ ਹਨ ਜਾਂ ਉਹ ਪਾਰਟਨਰਸ਼ਿਪ ਦੇ ਵਿੱਚ ਬਿਜ਼ਨਸ ਕਰਦੇ ਹਨ, ਉਹਨਾਂ ਵਾਸਤੇ ਜਿਹੜਾ ਅਗਲਾ ਪਰਮਿਟ ਹੈ ਉਹ ਇੰਪਲੋਇਰ ਪੁਲਿਸ, ਕਿਉਂਕਿ EPN ਜਿਹੜਾ ਹੈ ਉਹ ਕਿਸੇ ਵੀ ਉਸ ਕੰਪਨੀ ਵਾਸਤੇ ਜ਼ਰੂਰੀ ਹੈ ਜਿਹਨੇ ਆਪਣਾ ਡਰਾਈਵਰ ਹਾਇਰ ਕਰਨਾ।
ਜੇਕਰ ਇੰਡੀਵਿਜੂਅਲ ਹੈ, ਅਗਰ ਉਹ ਇੱਕ ਤੋਂ ਵੱਧ ਟਰੱਕ ਪਾਉਂਦਾ ਤੇ ਇੰਪਲੋਇਰ ਪੁੱਲ ਨੋਟਿਸ ਜਿਹੜਾ ਹੈ ਉਹਦੀ ਜ਼ਰੂਰਤ ਹੈ, ਕਿਉਂਕਿ ਇੰਪਲੋਇਰ ਪੁੱਲ ਨੋਟਿਸ ਜਿਹੜਾ ਸਾਨੂੰ ਫਰਦਰ ਮੋਟਰ ਕੈਰੀਅਰ ਪਰਮਿਟ ਵਾਸਤੇ ਉਹਦੀ ਲੋੜ ਪੈਂਦੀ ਹੈ। ਜੇਕਰ ਉਹ ਕਾਰਪੋਰੇਸ਼ਨ ਹੈ, ਬੇਸ਼ੱਕ ਉਹ ਇੱਕ ਹੀ ਟਰੱਕ ਦਾ ਮਾਲਕ ਹੋਵੇ, ਅਗਰ ਉਹ ਪਾਰਟਨਰਸ਼ਿਪ ਹੈ ਜਾਂ LLC ਹੈ, ਬੇਸ਼ੱਕ ਉਹ ਇੱਕ ਹੀ ਟਰੱਕ ਦਾ ਮਾਲਕ ਕਿਉਂ ਨਾ ਹੋਵੇ, ਇੰਪਲੋਇਰ ਪੁੱਲ ਨੋਟਿਸ ਉਹਦੇ ਵਾਸਤੇ ਜ਼ਰੂਰੀ ਹੋ ਜਾਂਦਾ। ਇੰਪਲੋਇਰ ਪੁੱਲ ਨੋਟਿਸ ਜਿੱਥੇ ਕੈਲੀਫੋਰਨੀਆ ਦੇ ਵਿੱਚ ਕਿਸੇ ਵੀ ਟਰੱਕਿੰਗ ਕੰਪਨੀ ਨੂੰ ਜਦੋਂ ਉਹ ਐਜ਼ ਏ ਇੰਪਲੋਇਰ ਕੰਮ ਕਰਦੀ ਹੈ, ਜਦੋਂ ਉਹ ਕਿਸੇ ਡਰਾਈਵਰ ਨੂੰ ਹਾਇਰ ਕਰਦੀ ਹੈ, ਜਿੱਥੇ ਉਹਦੇ ਵਾਸਤੇ ਇਹ ਜ਼ਰੂਰੀ ਹੈ, ਉੱਥੇ ਮੋਟਰ ਕੈਰੀਅਰ ਪਰਮਿਟ ਜਿਹੜਾ ਕਿ ਤੁਹਾਨੂੰ ਕੈਲੀਫੋਰਨੀਆ ਵਿੱਚੋਂ ਲੋਡ ਲਾ ਕੇ ਕੈਲੀਫੋਰਨੀਆ ਵਿੱਚ ਲਾਉਣ ਵਾਸਤੇ ਜਿਹੜਾ ਪਰਮਿਟ ਚਾਹੀਦਾ ਹੈ, ਉਹਦੀ ਇੰਪਲੋਇਰ ਪੁੱਲ ਨੋਟਿਸ ਉਹਦੇ ਵਾਸਤੇ ਇੱਕ ਰਿਕੁਆਇਰਮੈਂਟ ਵੀ ਹੈ। ਸੋ ਦੋਨਾਂ ਕੇਸਿਸ ਦੇ ਵਿੱਚ ਸਾਨੂੰ EPN ਨੰਬਰ ਜਾਂ ਇੰਪਲੋਇਰ ਪੁੱਲ ਨੋਟਿਸ ਜਿਹੜਾ ਨੰਬਰ ਹੈ ਜਾਂ ਉਹਦਾ ਕੰਟਰੈਕਟ, ਜਿਹਨੂੰ ਅਸੀਂ ਪੁੱਲ ਨੋਟਿਸ ਕੰਟਰੈਕਟ ਕਹਿੰਦੇ ਆ, ਉਹਦੀ ਜ਼ਰੂਰਤ ਹੈ। ਸੋ ਉਹ ਕੰਪਨੀਆਂ ਜਿਹੜੀਆਂ ਇੰਡੀਵਿਜੂਅਲ ਨਹੀਂ ਹਨ, ਉਸ ਤੋਂ ਇਲਾਵਾ ਕੋਈ ਵੀ ਉਹ ਕੰਪਨੀ ਜਿਹੜੀ ਮੋਟਰ ਕੈਰੀਅਰ ਪਰਮਿਟ ਲੈਣਾ ਚਾਹੁੰਦੀ ਹੈ, ਉਹਦੇ ਵਾਸਤੇ ਇੰਪਲੋਇਰ ਪੁੱਲ ਨੋਟਿਸ EPN ਨੰਬਰ ਜਿਹੜਾ ਹੈ ਉਹ ਲੈਣਾ ਜ਼ਰੂਰੀ ਹੈ। ਸੋ ਇੰਟਰਸਟੇਟ ਕੰਪਨੀ ਵਾਸਤੇ ਮੋਟੇ ਰੂਪ ਵਿੱਚ ਅਗਰ ਇੰਡੀਵਿਜੂਅਲ ਹੈ, ਇੰਟਰਸਟੇਟ DOT ਮੋਟਰ ਕੈਰੀਅਰ ਪਰਮਿਟ CA ਨੰਬਰ। ਅਗਰ ਇੰਡੀਵਿਜੂਅਲ ਤੋਂ ਇਲਾਵਾ ਕੋਈ ਵੀ ਹੋਰ ਟਾਈਪ ਕੰਪਨੀ ਹੈ ਤਾਂ ਉਹਦੇ ਵਿੱਚ ਇੱਕ ਇੰਪਲੋਇਰ ਪੁੱਲ ਨੋਟਿਸ ਭਾਵ EPN ਜਿਹੜਾ ਆ ਉਹ ਉਹਦੇ ਵਿੱਚ ਹੋਰ ਐਡ ਹੋ ਜਾਂਦਾ। ਇਸ ਤੋਂ ਇਲਾਵਾ ਜਿਹੜੀਆਂ ਇੰਟਰਸਟੇਟ ਕੰਪਨੀਆਂ ਹੈ, ਉਹਦੇ ਵਿੱਚ ਪ੍ਰੋਸੀਜਰ ਜਿਹੜਾ ਕਾਫੀ ਲੰਬਾ ਹੈ, ਪਰਮਿਟਸ ਦੀ ਲੋੜ ਕਾਫੀ ਜ਼ਿਆਦਾ ਹੁੰਦੀ ਹੈ। ਸਭ ਤੋਂ ਪਹਿਲਾ ਪਰਮਿਟ ਜਿਹੜਾ ਹੈ ਉਹ DOT ਨੰਬਰ, ਜਿਹਨੂੰ ਅਸੀਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਆਇਡੈਂਟੀਫਿਕੇਸ਼ਨ ਨੰਬਰ ਕਹਿੰਦੇ ਆ। ਉਹਦੇ ਵਿੱਚ DOT ਜਿਹੜੀ ਹੈ ਉਹ ਇੰਟਰਸਟੇਟ ਆਉਂਦੀ ਹੈ। ਇੰਟਰਸਟੇਟ DOT ਦੇ ਨਾਲ ਨਾਲ ਜਿਹੜਾ ਅਗਲਾ ਪਰਮਿਟ ਸਾਨੂੰ ਇੰਟਰਸਟੇਟ ਭਾਵ ਕੈਲੀਫੋਰਨੀਆ ਤੋਂ ਲੋਡ ਚੱਕ ਕੇ ਕਿਸੇ ਅਦਰ ਸਟੇਟ ਵਿੱਚ ਵਾਸ਼ਿੰਗਟਨ, ਸਿਆਟਲ ਜਾਂ ਯੂਟਾ ਜਾਂ ਈਸਟ ਜਾਂ ਫਲੋਰੀਡਾ ਵਿੱਚ ਜਾਣ ਵਾਸਤੇ ਜਿਹੜੇ ਪਰਮਿਟ ਦੀ ਲੋੜ ਹੈ, ਉਹ ਅਗਲਾ ਪਰਮਿਟ ਜਿਹੜਾ ਉਹਨੂੰ MC ਪਰਮਿਟ ਵੀ ਕਹਿੰਦੇ ਆ। ਇੱਥੇ ਥੋੜੀ ਜਿਹੀ ਕਨਫਿਊਜ਼ਨ ਹੈ ਜਿਹੜੀ ਕਿ ਮੈਂ ਜ਼ਰੂਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਇੱਕ MC ਪਰਮਿਟ ਫੈਡਰਲ ਮੋਟਰ ਕੈਰੀਅਰ ਦਾ ਪਰਮਿਟ ਹੁੰਦਾ ਜਿਹੜਾ ਕਿ ਇੰਟਰਸਟੇਟ DOT ਦੇ ਨਾਲ ਤੁਹਾਨੂੰ ਇਸ਼ੂ ਹੁੰਦਾ, ਜਿਹਦੇ ਵਿੱਚ ਜਿਹਨੂੰ ਅਸੀਂ ਇੰਟਰਸਟੇਟ ਅਥਾਰਟੀ ਵੀ ਕਹਿੰਦੇ ਹਾਂ। ਔਰ ਦੂਜਾ ਪਰਮਿਟ ਜਿਹੜਾ ਹੈ ਉਹ MCP ਹੈ, ਜਿਹੜਾ ਕਿ ਕੈਲੀਫੋਰਨੀਆ ਵਿੱਚ, ਜਿਹੜਾ ਕਿ ਅਸੀਂ ਇੰਟਰਸਟੇਟ ਕੰਪਨੀ ਦੀ ਜਦੋਂ ਗੱਲ ਕੀਤੀ ਸੀ ਤਾਂ ਉਹਦੇ ਵਿੱਚ ਅਸੀਂ ਮੋਟਰ ਕੈਰੀਅਰ ਪਰਮਿਟ ਦਾ ਜ਼ਿਕਰ ਕੀਤਾ ਸੀ। ਮੋਟਰ ਕੈਰੀਅਰ ਪਰਮਿਟ ਵੀ MC ਪਰਮਿਟ ਹੀ ਹੁੰਦਾ ਹੈ। ਸੋ ਜੇਕਰ ਅਸੀਂ ਕਨਫਿਊਜ਼ਨ ਨੂੰ ਥੋੜਾ ਜਿਹਾ ਦੂਰ ਕਰਨਾ ਹੋਵੇ ਤਾਂ ਲੇਮਨ ਲੈਂਗੁਏਜ ਦੇ ਵਿੱਚ ਜਾਂ ਅਸੀਂ ਆਮ ਭਾਸ਼ਾ ਦੇ ਵਿੱਚ ਜਿਹੜਾ ਫੈਡਰਲ ਮੋਟਰ ਕੈਰੀਅਰ ਦਾ MC ਪਰਮਿਟ ਹੈ ਉਹਨੂੰ ਅਸੀਂ ICC-MC ਕਹਿੰਦੇ ਆ, ਕਿਉਂਕਿ ਇਹਦਾ ਜਿਹੜਾ ਪੁਰਾਤਨ ਨਾਮ ਹੈ, ਜਿਹੜਾ ਪਹਿਲਿਆਂ ਵੇਲਿਆਂ ਦੇ ਵਿੱਚ 2004-5 ਤੋਂ ਪਹਿਲਾਂ ਜਿਹੜਾ ਇਹਦਾ ਨਾਮ ਯੂਜ਼ ਕੀਤਾ ਜਾਂਦਾ ਸੀ ਉਹ ICC ਪਰਮਿਟ ਹੀ ਯੂਜ਼ ਕੀਤਾ ਜਾਂਦਾ ਸੀ। ਉਹਦੀ ਫੁੱਲ ਫਾਰਮ ਇੰਟਰਸਟੇਟ ਕੰਟਰੈਕਟ ਕੈਰੀਅਰ ਹੁੰਦੀ ਹੈ, ਪਰ ਅੱਜ ਕੱਲ੍ਹ ਉਹਦਾ ਨਵਾਂ ਨਾਮ ਜਿਹੜਾ ਹੈ ਉਹ MC ਪਰਮਿਟ ਹੈ। ਸੋ ਇਸ ਚੀਜ਼ ਨੂੰ ਕਨਫਿਊਜ਼ ਨਹੀਂ ਕਰਨਾ। MC ਪਰਮਿਟ ਔਰ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਜਿਹਦੇ ਉੱਤੇ ਅਕਸਰ CA ਨੰਬਰ ਲਿਖਿਆ ਹੁੰਦਾ, ਕਈ ਵਾਰੀ ਕਈ ਸੱਜਣ ਉਹਨੂੰ CA ਪਰਮਿਟ ਜਾਂ ਉਹ CA ਨੰਬਰ ਵੀ ਕਹਿ ਦਿੰਦੇ ਆ। ਇਹ ਥੋੜਾ ਜਿਹਾ ਇਸ ਗੱਲ ਦਾ ਕਨਫਿਊਜ਼ਨ ਹੈ ਕਿ ਜਿਹੜਾ ਮੋਟਰ ਕੈਰੀਅਰ ਪਰਮਿਟ ਕੈਲੀਫੋਰਨੀਆ ਦਾ ਹੈ ਉਹਦੇ ਉੱਤੇ CA ਨੰਬਰ ਲਿਖਿਆ ਹੁੰਦਾ ਹੈ, ਪਰ ਅਸਲ ਵਿੱਚ ਉਹਦਾ ਨਾਮ ਮੋਟਰ ਕੈਰੀਅਰ ਪਰਮਿਟ ਹੁੰਦਾ। ਮੋਟਰ ਕੈਰੀਅਰ ਪਰਮਿਟ ਵਾਸਤੇ 7.5 ਲੱਖ ਦੀ ਮਿਨੀਮਮ ਜਿਹੜੀ ਹੈਗੀ ਹੈ ਇੰਸ਼ੋਰੈਂਸ ਹੈ ਉਹ ਫਾਈਲਿੰਗ ਹੋਣੀ ਜ਼ਰੂਰੀ ਹੈ, ਜਿਹਨੂੰ ਅਸੀਂ DMB 65 MCP ਫਾਰਮ ਬੋਲਦੇ ਆ। ਉਹ ਏਜੰਟ ਨੇ ਸਾਡੀ ਫਾਈਲਿੰਗ ਕਰਨੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਦੇ ਉੱਤੇ ਜਿਹੜਾ MC ਪਰਮਿਟ ਆ, ਜਿਹੜਾ ਫੈਡਰਲ ਮੋਟਰ ਕੈਰੀਅਰ ਵੱਲੋਂ ਸਾਨੂੰ ਇਸ਼ੂ ਹੁੰਦਾ, ਉਹਦੇ ਵਿੱਚ ਵੀ $7.5 ਲੱਖ ਦੀ ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਹੈ ਉਹ ਰਿਕੁਆਇਰਮੈਂਟ ਹੈ। ਉਹਦੇ ਨਾਲ BOC3 ਬਲੈਂਕਟ ਫਾਰਮ ਜਿਹੜਾ ਹੈ ਉਹਦੀ ਰਿਕੁਆਇਰਮੈਂਟ ਹੈ। ਸੋ DOT ਨੰਬਰ, MC ਨੰਬਰ ਦੇ ਨਾਲ ਜਿਹੜੀ ਅਗਲੀ ਸ਼ਰਤ ਹੈ ਉਹ ਹੈ 7.5 ਲੱਖ ਦੀ ਇੰਸ਼ੋਰੈਂਸ, ਲਾਇਬਿਲਿਟੀ ਇੰਸ਼ੋਰੈਂਸ ਜਿਹੜੀ ਉਹਦੀ ਫਾਈਲਿੰਗ ਹੋਣਾ। ਉਸ ਫਾਈਲਿੰਗ ਫਾਰਮ ਨੂੰ ਅਸੀਂ BMC 91X ਫਾਰਮ ਕਹਿੰਦੇ ਹਾਂ। ਉਹਦਾ ਅਗਲਾ ਫਾਰਮ ਜਿਹੜਾ ਇਸ਼ੂ ਫਾਈਲਿੰਗ ਹੋਣੀ ਹੈ ਉਹ BOC3 ਹੈ। ਇਸ ਤੋਂ ਇਲਾਵਾ CA ਨੰਬਰ ਔਰ ਮੋਟਰ ਕੈਰੀਅਰ ਪਰਮਿਟ। CA ਨੰਬਰ ਜਿਹੜਾ ਹੈ ਜਦੋਂ ਵੀ ਤੁਸੀਂ ਕੈਲੀਫੋਰਨੀਆ 'ਚ ਕੰਪਨੀ ਖੋਲਦੇ ਆ, ਡਜ਼ਨਟ ਮੈਟਰ ਉਹ ਇੰਟਰਸਟੇਟ ਹੈ ਜਾਂ ਇੰਟਰਸਟੇਟ ਹੈ, ਦੋਨੋਂ ਕੇਸਿਸ ਦੇ ਵਿੱਚ CA ਨੰਬਰ ਦੀ ਜਿਹੜੀ ਸ਼ਮੂਲੀਅਤ ਹੈ ਉਹ ਜ਼ਰੂਰੀ ਹੈ। CA ਨੰਬਰ ਆਇਡੈਂਟੀਫਿਕੇਸ਼ਨ, ਜਿਹਨੂੰ ਕੈਲੀਫੋਰਨੀਆ ਆਇਡੈਂਟੀਫਿਕੇਸ਼ਨ ਨੰਬਰ ਕਹਿੰਦੇ ਆ, ਜਿਹੜਾ ਕਿ CHP ਇਸ਼ੂ ਕਰਦੀ ਹੈ, ਇਹ ਸਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ।
ਉਸ ਤੋਂ ਬਾਅਦ ਮੋਟਰ ਕੈਰੀਅਰ ਪਰਮਿਟ ਜਿਹੜਾ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਹੈ, ਅਗਰ ਇੰਟਰਸਟੇਟ ਕੰਪਨੀ ਸਟ੍ਰਿਕਟਲੀ ਆਪਣੇ ਲੋਡ ਇੰਟਰਸਟੇਟ ਹੀ ਆਪਰੇਟ ਕਰਦੀ ਹੈ। ਮੈਂ ਫਿਰ ਇੱਕ ਵਾਰੀ ਦੁਹਰਾ ਦਿਆਂ ਕਿ ਅਗਰ ਕੋਈ ਇੰਟਰਸਟੇਟ ਕੰਪਨੀ ਆਪਣੇ ਲੋਡ ਜਿਹੜੇ ਹੈ ਉਹਨੂੰ ਕੇਵਲ ਤੇ ਕੇਵਲ ਇੰਟਰਸਟੇਟ ਰਨ ਦੇ ਉੱਤੇ, ਇੰਟਰਸਟੇਟ ਕਾਮਰਸ ਦੇ ਉੱਤੇ ਹੀ ਆਪਰੇਟ ਕਰਦੀ ਹੈ, ਆਪਣੇ ਲੋਡ ਜਿਹੜੇ ਆ ਉਹ ਇੰਟਰਸਟੇਟ ਹੀ ਚੱਕਦੀ ਹੈ, ਕੈਲੀਫੋਰਨੀਆ ਚੱਕ ਕੇ ਬਾਹਰ ਲੈ ਕੇ ਜਾਂਦੀ ਹੈ, ਬਾਹਰੋਂ ਚੱਕ ਕੇ ਕੈਲੀਫੋਰਨੀਆ ਲੈ ਕੇ ਆਉਂਦੀ ਹੈ, ਉਸ ਕੇਸ ਵਿੱਚ ਉਹਨਾਂ ਨੂੰ ਮੋਟਰ ਕੈਰੀਅਰ ਪਰਮਿਟ ਜਿਹੜਾ ਕੈਲੀਫੋਰਨੀਆ ਮੋਟਰ ਕੈਰੀਅਰ ਪਰਮਿਟ ਹੈ ਉਸ ਦੀ ਜ਼ਰੂਰਤ ਨਹੀਂ ਹੁੰਦੀ। ਪਰ ਪ੍ਰੈਕਟੀਕਲੀ ਇਹ ਪੋਸੀਬਲ ਨਹੀਂ ਹੁੰਦਾ, ਕਿਉਂਕਿ ਅਗਰ ਅਸੀਂ ਸਟਾਰਟਿੰਗ ਦੇ ਏਰੀਏ ਵਿੱਚ ਜਾਂ ਸੈਕਰਾਮੈਂਟੋ ਦੇ ਏਰੀਏ ਵਿੱਚ ਕੰਪਨੀ ਜਿਹੜੀ ਹੈ ਉਹ ਰਨ ਕਰਦੇ ਆ, ਅਗਰ ਐਲਏ ਸਾਡਾ ਲੋਡ ਖਾਲੀ ਹੁੰਦਾ ਹੈ, ਅਸੀਂ ਈਸਟ ਵਿੱਚ ਚੱਕ ਕੇ ਐਲਏ ਆਏ ਆ, ਐਲਏ ਤੋਂ ਵਾਪਸ ਸਟਾਰਟਨਬਲ ਆਬਵੀਅਸਲੀ ਹੈ ਕਿ ਅਸੀਂ ਕਦੇ ਵੀ ਖਾਲੀ ਨਹੀਂ ਆਵਾਂਗੇ, ਸੋ ਸਾਨੂੰ ਉਸ ਕੇਸ ਦੇ ਵਿੱਚ ਮੋਟਰ ਕੈਰੀਅਰ ਪਰਮਿਟ ਦੀ ਜ਼ਰੂਰਤ ਪੈਂਦੀ ਹੈ। ਕੁਝ ਸੱਜਣ ਜਿਹੜੇ ਹੈ ਉਹ ਮੈਨੂੰ ਹੁਣੇ ਕਾਲਸ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਤੁਹਾਨੂੰ ਦਰਖਾਸਤ ਹੈ ਕਿ ਮੈਨੂੰ ਜਿਹੜੀ ਵੀ ਲਾਈਵ ਕਾਲ ਹੈ ਉਹ 7:25 ਤੋਂ ਬਾਅਦ, ਸਾਡਾ ਥੋੜਾ ਜਿਹਾ ਟੌਪਿਕ ਜਦੋਂ ਕਵਰ ਹੋ ਜਾਂਦਾ ਹੈ ਉਸ ਤੋਂ ਬਾਅਦ ਕਰਨ, ਤਾਂ ਕਿ ਮੈਂ ਤੁਹਾਡੀਆਂ ਕਾਲ ਦੇ ਜਵਾਬ ਦੇ ਸਕਾਂ। ਸੋ 7:25 ਤੋਂ ਪਹਿਲਾਂ ਅਸੀਂ ਬਕਾਇਦਾ ਕਾਲ ਓਪਨ ਕਰਾਂਗੇ ਔਰ ਤੁਹਾਨੂੰ ਬਕਾਇਦਾ ਦਰਖਾਸਤ ਕਰਾਂਗੇ। ਸੋ ਮੇਰੀ ਸੱਜਣਾਂ ਨੂੰ ਬੇਨਤੀ ਹੈ ਜਿਹੜੇ ਲਾਈਵ ਸੁਣ ਰਹੇ ਆ ਉਹ ਕਿਰਪਾ ਕਰਕੇ ਹਜੇ ਜਿਹੜੀਆਂ ਲਾਈਵ ਕਾਲਸ ਹੈ ਉਹ ਮੈਨੂੰ ਨਾ ਕਰਨ, ਕਿਉਂਕਿ ਹਾਲੇ ਤੱਕ ਅਸੀਂ ਲਾਈਵ ਕਾਲ ਜਿਹੜੀਆਂ ਉਹ ਨਹੀਂ ਉਹਦੇ ਆਨਸਰ ਕਰ ਰਹੇ। 7:25 7:28 ਤੋਂ ਬਾਅਦ ਜਾ ਕੇ ਅਸੀਂ ਤੁਹਾਡੀਆਂ ਲਾਈਵ ਕਾਲਸ ਲਵਾਂਗੇ। ਸੋ ਮੈਂ ਦੁਬਾਰਾ ਫਿਰ ਆਪਣੇ ਟੌਪਿਕ ਦੇ ਉੱਤੇ ਆਉਣਾ ਕਿ ਇਸ ਤੋਂ ਬਾਅਦ ਜਿਹੜਾ ਅਗਲਾ ਪਰਮਿਟ ਹੈ ਸੀਐਲ ਨੰਬਰ, ਮੋਟਰ ਕੈਰੀਅਰ ਪਰਮਿਟ, ਇੰਟਰਸਟੇਟ ਡੀਓਟੀ, ਐਮਸੀ ਪਰਮਿਟ। ਉਸ ਤੋਂ ਬਾਅਦ ਬਿਲਕੁਲ ਜਿਵੇਂ ਅਸੀਂ ਇੰਟਰਸਟੇਟ ਦੇ ਉੱਤੇ ਬਹੁਤ ਤਫਸੀਲ ਨਾਲ ਸਮਝਾ ਚੁੱਕੇ ਹਾਂ ਕਿ ਇੰਪਲਾਇਰ ਪੁੱਲ ਨੋਟਿਸ ਅਗਰ ਇੰਡੀਵਿਜੂਅਲ ਦੇ ਇਲਾਵਾ ਕੋਈ ਵੀ ਹੋਰ ਕੰਪਨੀ ਹੈ, ਕੋਈ ਵੀ ਹੋਰ ਫਾਰਮੇਸ਼ਨ ਹੈ, ਤਾਂ ਉਹਦੇ ਵਿੱਚ ਇੰਪਲਾਇਰ ਪੁੱਲ ਨੋਟਿਸ ਦੀ ਜ਼ਰੂਰਤ ਹੈ। ਇਹ ਸਾਡਾ 5ਵਾਂ ਪਰਮਿਟ ਹੈ। ਉਸ ਤੋਂ ਇਲਾਵਾ 6ਵਾਂ ਪਰਮਿਟ ਜਿਹੜਾ ਇਫਟਾ, ਜਿਹੜਾ ਕਿ ਬੜੀ ਪ੍ਰਚਲਿਤ ਟਰਮ ਹੈ, ਇੰਟਰਨੈਸ਼ਨਲ ਫਿਊਲ ਟੈਕਸ ਐਗਰੀਮੈਂਟ, ਜਿਹਨੂੰ ਅਸੀਂ ਆਮ ਸ਼ਾਰਟ ਫਾਰਮ ਦੇ ਵਿੱਚ ਇਫਟਾ ਕਹਿੰਦੇ ਹਾਂ। ਇਹ ਇਫਟਾ ਕਿਵੇਂ ਹੁੰਦਾ, ਇਹਦੀ ਕਿਵੇਂ ਫਾਈਲਿੰਗ ਹੁੰਦੀ ਹੈ, ਇਹਦੇ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਇਹ ਮੈਂ ਇੱਕ ਦਿਨ ਬਕਾਇਦਾ ਸਾਰੀਆਂ ਜਦੋਂ ਫਾਈਲਿੰਗਸ ਦਾ ਜ਼ਿਕਰ ਕਰਾਂਗਾ ਤੇ ਉਸ ਦਿਨ ਅਸੀਂ ਸਾਡਾ ਇਫਟਾ ਫਾਈਲਿੰਗ ਬਾਰੇ ਸਾਰੀ ਗੱਲਬਾਤ ਕਰਾਂਗੇ। ਸੋ ਅੱਜ ਇੰਨਾ ਹੀ ਹੈ ਕਿ ਸਾਨੂੰ ਇਫਟਾ ਪਰਮਿਟ ਦੀ ਜ਼ਰੂਰਤ ਹੈ। ਸੋ ਸਾਡਾ 6ਵਾਂ ਪਰਮਿਟ ਜਿਹੜਾ ਹੈ ਉਹ ਇਫਟਾ ਪਰਮਿਟ ਹੈ। ਉਸ ਤੋਂ ਬਾਅਦ ਅਗਲਾ ਪਰਮਿਟ ਯੂਸੀਆਰ, ਯੂਨੀਫਾਈਡ ਕੈਰੀਅਰ ਰਜਿਸਟ੍ਰੇਸ਼ਨ। ਇਸ ਤੋਂ ਇਲਾਵਾ 4 ਪਰਮਿਟ, ਇਹਨਾਂ 7 ਪਰਮਿਟਸ ਤੋਂ ਇਲਾਵਾ 4 ਪਰਮਿਟ ਜਿਹੜੇ ਆ ਉਹ ਸਾਨੂੰ ਹੋਰ ਜ਼ਰੂਰਤ ਹੁੰਦੀ ਹੈ, ਜਿਹਦੇ ਵਿੱਚ 4 ਸਟੇਟਾਂ ਐਸੀਆਂ ਹਨ ਜਿਹੜੀਆਂ ਆਪਣੇ ਪਰਮਿਟ ਅਲੱਗ ਤੋਂ ਇਹਨਾਂ 7 ਪਰਮਿਟਸ ਤੋਂ ਇਲਾਵਾ ਵੀ ਤੁਹਾਨੂੰ ਲੈਣੇ ਰਿਕੁਆਇਰ ਕਰਦੀਆਂ ਹਨ। ਜਿਹਨਾਂ ਵਿੱਚ ਸਭ ਤੋਂ ਪਹਿਲਾਂ ਸਾਡੀ ਨੇਬਰ ਸਟੇਟ ਨਾਰਦਰਨ, ਅਗਰ ਅਸੀਂ ਨਾਰਦਰਨ ਆਪਰੇਸ਼ਨ ਕਰਦੇ ਆ, ਸਿਆਟਲ ਨੂੰ ਜਾਂਦੇ ਆ, ਜਿਹੜੀ ਸਭ ਤੋਂ ਪਹਿਲੀ ਸਟੇਟ ਹੈ ਜਿਹੜੀ ਆਪਣਾ ਪਰਮਿਟ ਆਪ ਰਿਕੁਆਇਰ ਕਰਦੀ ਹੈ ਉਹ ਹੈ ਓਰੇਗਨ। ਓਰੇਗਨ ਦੇ ਵਿੱਚ ਅੱਗੇ 2 ਤਰ੍ਹਾਂ ਦਾ ਪਰਮਿਟ ਹੁੰਦਾ ਹੈ। ਇੱਕ ਟ੍ਰਿਪ ਪਰਮਿਟ ਜਿਹੜਾ ਕਿ ਅਸੀਂ ਪ੍ਰੀਪੇਡ ਮਾਈਲਸ ਪਰਮਿਟ ਜਿਹਨੂੰ ਅਸੀਂ ਕਹਿੰਦੇ ਆ, ਪ੍ਰੀ ਟ੍ਰਿਪ ਪਰਮਿਟ ਵੀ ਕਹਿੰਦੇ ਆ, ਉਹਨੂੰ ਟੈਂਪਰੇਰੀ ਪਰਮਿਟ ਵੀ ਉਹਦਾ ਇੱਕ ਪ੍ਰਚਲਿਤ ਨਾਮ ਹੈ, ਜਿਹਦੇ ਵਿੱਚ ਅਸੀਂ ਕਾਲ ਕਰਕੇ ਇੱਕ ਵਾਰ ਅਸੀਂ ਆਪਣੀ ਫਾਈਲ ਇਸ਼ੂ ਕਰਵਾ ਲੈਂਦੇ ਹਾਂ ਔਰ ਕਾਲ ਕਰਕੇ ਹਰ ਵਾਰ ਚੱਲਣ ਤੋਂ ਪਹਿਲਾਂ ਜਾਂ ਓਰੇਗਨ ਦੇ ਵਿੱਚ ਇੰਟਰ ਕਰਨ ਤੋਂ ਪਹਿਲਾਂ ਪਰਮਿਟ ਅਸੀਂ ਉਹ ਲੈਂਦੇ ਹਾਂ। ਉਹਨਾਂ ਨੂੰ ਰਾਊਟ ਦੱਸ ਕੇ ਬਕਾਇਦਾ ਆਪਣੀਆਂ ਮਾਈਲਸ ਜਿਹੜੀਆਂ ਜਿੰਨੀਆਂ ਤੁਸੀਂ ਮਾਈਲਸ ਉਸ ਰਾਊਟ ਤੇ ਇਨ ਐਂਡ ਆਊਟ, ਇੱਕ ਵਾਰ ਅਸੀਂ ਬੈਕ ਐਂਡ ਫੋਰਥ ਜਾਣ ਵਾਸਤੇ ਤੇ ਵਾਪਸ ਆਉਣ ਵਾਸਤੇ ਜਿੰਨੀਆਂ ਟੋਟਲ ਮਾਈਲਸ ਅਸੀਂ ਓਰੇਗਨ ਸਟੇਟ ਦੀਆਂ ਹਾਈਵੇ ਦੇ ਉੱਤੇ ਯੂਜ਼ ਕਰਨੀਆਂ ਹਨ ਜਾਂ ਲੋਕਲ ਰਾਊਟਸ ਉੱਤੇ ਯੂਜ਼ ਕਰਨੀਆਂ, ਉਹ ਸਾਰੀਆਂ ਜਿਹੜੀਆਂ ਮਾਈਲਸ ਹਨ ਅਸੀਂ ਬਕਾਇਦਾ ਐਡਵਾਂਸ ਵਿੱਚ ਪੇ ਕਰਕੇ ਓਵਰ ਦਾ ਫੋਨ ਤੇ ਪਰਮਿਟ ਇਸ਼ੂ ਕਰਵਾ ਕੇ ਫਿਰ ਅਸੀਂ ਸਟੇਟ ਦੇ ਵਿੱਚ ਲੰਘਣਾ ਹੁੰਦਾ ਹੈ। ਉਸ ਤੋਂ ਇਲਾਵਾ ਇਹ 12 ਪਰਮਿਟ ਜਿਹੜੇ ਆ ਪਰ ਟਰੱਕ ਤੱਕ ਹੀ ਓਰੇਗਨ ਸਟੇਟ ਜਿਹੜੀ ਹੈ ਉਹ ਅਲਾਉ ਕਰਦੀ ਹੈ। ਉਸ ਤੋਂ ਇਲਾਵਾ ਜਿੰਨੇ ਵੀ ਅਗਰ ਉਸ ਤੋਂ ਇਲਾਵਾ ਸਾਨੂੰ ਵੱਧ ਪਰਮਿਟ ਲੈਣੇ ਪੈਂਦੇ ਹਨ ਜਾਂ ਇੰਜ ਕਹਿ ਲਓ ਕਿ ਅਸੀਂ ਫ੍ਰੀਕੁਐਂਟਲੀ ਜਿਹੜੇ ਆ ਓਰੇਗਨ ਸਟੇਟ ਦੇ ਵਿੱਚ ਮੂਵ ਕਰਦੇ ਆ ਜਾਂ ਫ੍ਰੀਕੁਐਂਟਲੀ
ਸਟੇਟ ਵਿੱਚ ਆਰ ਪਾਰ ਜਾਂਦੇ ਆ ਜਾਂ ਉੱਥੇ ਲੋਡ ਲਾਉਂਦੇ ਆ ਤਾਂ ਸਟੇਟ ਜਿਹੜੀ ਹੈ ਇਸ ਤੋਂ ਇਲਾਵਾ ਪਰਮਿਟਸ ਨੂੰ ਅਲਾਉ ਨਹੀਂ ਕਰਦੀ। ਫਿਰ ਉਹ ਤੁਹਾਨੂੰ ਆਪਣੇ ਦੂਜੇ ਪ੍ਰੋਗਰਾਮ ਵਿੱਚ ਜਿਹਦੇ ਵਿੱਚ ਬੌਂਡਡ ਤੁਹਾਨੂੰ ਕੈਰੀਅਰ ਡਿਕਲੇਅਰ ਕੀਤਾ ਜਾਂਦਾ, ਫਿਰ ਤੁਹਾਨੂੰ ਉਸ ਪ੍ਰੋਗਰਾਮ ਵਿੱਚ ਜਾਣਾ ਪੈਂਦਾ ਜਿਹਦੇ ਵਿੱਚ ਤੁਹਾਨੂੰ ਪਰ ਟਰੱਕ ਜਿਹੜਾ ਮਿਨੀਮਮ ਬੌਂਡ ਹੈ ਉਹ $2000 ਦਾ ਹੈ। ਸੋ ਉਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਟਰੱਕ ਉਸ ਸਟੇਟ ਵਿੱਚ ਜਾਂਦੇ ਆ ਉਹਦੇ ਹਿਸਾਬ ਨਾਲ ਤੁਹਾਡਾ ਬੌਂਡ ਜਿਹੜਾ ਹੈ ਉਹ ਡਿਕਲੇਅਰ ਕੀਤਾ ਜਾਂਦਾ। ਤੁਹਾਨੂੰ ਪਰਮਾਨੈਂਟ ਪਰਮਿਟ ਲੈਣਾ ਪੈਂਦਾ ਤੇ ਪਰਮਾਨੈਂਟ ਪਰਮਿਟ ਲੈਣ ਤੋਂ ਬਾਅਦ ਤੁਸੀਂ ਫਿਰ ਬੌਂਡ ਜਦੋਂ ਫਾਈਲ ਕਰਦੇ ਆ ਤੇ ਤੁਹਾਨੂੰ ਪ੍ਰੀ ਟ੍ਰਿਪ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਤੁਹਾਨੂੰ ਮੰਥਲੀ ਫਾਈਲਿੰਗ ਕਰਨੀ ਪੈਂਦੀ ਹੈ। ਉਹ ਮੰਥਲੀ ਫਾਈਲਿੰਗ ਦੇ ਅੱਗੇ ਕੀ ਰਿਕੁਆਇਰਮੈਂਟਸ ਹਨ, ਅਗਰ ਨਹੀਂ ਕਰਦੇ ਆ ਕੀ ਨੁਕਸਾਨ ਹੈ, ਤੇ ਉਹ ਆਪਾਂ ਜਿਸ ਦਿਨ ਇਫਟਾ ਫਾਈਲਿੰਗ ਦੀ ਗੱਲ ਕਰਾਂਗੇ ਉਸ ਦਿਨ ਸਾਰੀਆਂ ਸਟੇਟ ਫਾਈਲਿੰਗਸ ਦੀ ਵੀ ਉਸ ਟੌਪਿਕ ਦੇ ਵਿੱਚ ਗੱਲ ਕਰਾਂਗੇ। ਪਰ ਮੈਂ ਤੁਹਾਨੂੰ ਜਿਹੜੀ ਬਹੁਤ ਜ਼ਰੂਰੀ ਗੱਲ ਦੱਸ ਦਿਆਂ ਕਿ ਸ਼ਾਇਦ ਅਮਰੀਕਾ ਦੇ ਵਿੱਚ ਜਿਹੜੀ ਓਰੇਗਨ ਸਟੇਟ ਆ ਇਹ ਸਭ ਤੋਂ ਮਹਿੰਗੀ ਸਟੇਟ ਹੈ ਪਰਮਿਟ ਨਾ ਹੋਣ ਦੀ ਸੂਰਤ ਵਿੱਚ ਸਾਈਟੇਸ਼ਨ ਦੇਣ ਵਾਸਤੇ। ਸੋ ਜਿਹੜੀ ਉਹਨਾਂ ਦੀ ਮਿਨੀਮਮ ਸਾਈਟੇਸ਼ਨ ਹੈ ਉਹ $450 $450 ਦੇ ਕਰੀਬ ਹੈ। ਅਗਰ ਅਸੀਂ ਬਿਨਾਂ ਪਰਮਾਨੈਂਟ ਪਰਮਿਟ ਦੇ ਜਾਂ ਟ੍ਰਿਪ ਪਰਮਿਟ ਬਾਏ ਕਰਨ ਤੋਂ ਬਗੈਰ ਓਰੇਗਨ ਸਟੇਟ ਵਿੱਚ ਦੀ ਨਿਕਲਦੇ ਆ ਤੇ ਇਹਦੀ ਜਿਹੜੀ ਮਿਨੀਮਮ ਟਿਕਟ ਹੈ ਉਹ ਕਰੀਬ $450 ਦੇ ਕਰੀਬ ਹੈ। ਸੋ ਮੇਰੀ ਜਿੰਨੇ ਸੁਣ ਰਹੇ ਸੱਜਣ ਜਾਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਟੌਪਿਕ ਨੂੰ ਸੁਣਨਗੇ, ਮੇਰੀ ਉਹਨਾਂ ਨੂੰ ਖਾਸ ਅਪੀਲ ਹੈ ਕਿ ਕਈ ਵਾਰ ਅਸੀਂ ਸਟੇਟ ਵਿੱਚ ਜਾਣ ਲੱਗਿਆਂ ਇਹ ਬਹਾਨਾ ਯੂਜ਼ ਕਰਦੇ ਆ ਕਿ ਸਾਨੂੰ ਪਰਮਿਟ ਨਹੀਂ ਮਿਲਿਆ, ਤੁਹਾਡਾ ਫੋਨ ਨੰਬਰ ਬਿਜ਼ੀ ਸੀ ਜਾਂ ਫਲਾਂ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਅਸੀਂ ਬਹਾਨਾ ਹੈ। ਓਰੇਗਨ ਸਟੇਟ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਬਹਾਨੇ ਨੂੰ ਬਿਲਕੁਲ ਵੀ ਇੰਟਰਟੇਨ ਨਹੀਂ ਕਰਦੀ, ਉਹਨੂੰ ਇਗਨੋਰ ਕਰਕੇ ਤੁਹਾਨੂੰ ਬਕਾਇਦਾ $450 ਦੀ ਟਿਕਟ ਮਿਲਦੀ ਹੈ। ਕਈ ਵਾਰ ਕਈ ਸੱਜਣ ਸਾਨੂੰ ਕਾਲ ਕਰਕੇ ਪੁੱਛਦੇ ਹਨ ਕਿ ਕੀ ਮੈਂ ਸਕੇਲ ਦੇ ਉੱਤੇ ਪਹੁੰਚ ਕੇ ਪਰਮਿਟ ਲੈ ਸਕਦਾ, ਤੇ 99% ਕੇਸਿਸ ਦੇ ਵਿੱਚ ਉਹ ਫੇਲ ਹੁੰਦੇ ਹਨ ਕਿਉਂਕਿ ਜਦੋਂ ਉਹ ਪਰਮਿਟ ਲੈਣ ਦੇ ਵਾਸਤੇ ਸਕੇਲ ਤੇ ਪਹੁੰਚਦੇ ਹਨ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਸਕੇਲ ਦੇ ਵਿੱਚ ਦੀ ਲੰਘਣਾ ਪੈਂਦਾ, ਔਰ ਜਦੋਂ ਤੁਸੀਂ ਇੱਕ ਵਾਰ ਸਕੇਲ ਦੇ ਵਿੱਚ ਦੀ ਲੰਘਦੇ ਹੋ ਤੇ ਤੁਸੀਂ ਉਹ ਸਾਈਟੇਸ਼ਨ ਵਾਸਤੇ ਜਾਂ ਉਹ ਟਿਕਟ ਵਾਸਤੇ ਇੰਟਾਈਟਲਡ ਹੁੰਦੇ ਹੋ। ਸੋ ਮੇਰੀ ਸਾਰੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਟਰੱਕਰ ਵੀਰਾਂ ਨੂੰ, ਟਰੱਕਰਸ ਨੂੰ, ਕੈਰੀਅਰਸ ਨੂੰ ਇਹ ਬੜੀ ਖਾਸ ਦਰਖਾਸਤ ਹੈ, ਅਪੀਲ ਹੈ ਕਿ ਓਰੇਗਨ ਸਟੇਟ ਦੇ ਨਾਲ ਪਰਮਿਟ ਦੇ ਮਾਮਲੇ ਵਿੱਚ ਕਦੀ ਵੀ ਪੰਜਾਬੀ ਜਿਵੇਂ ਅਸੀਂ ਕਹਿੰਦੇ ਆ ਕਿ ਪੰਗਾ ਨਾ ਲਿਆ ਜਾਵੇ ਜਾਂ ਉਹਨਾਂ ਨਾਲ ਕਦੇ ਵੀ ਇਸ ਗੱਲ ਦਾ ਸਾਹਮਣਾ ਨਾ ਕੀਤਾ ਜਾਵੇ ਤਾਂ ਕਿ ਅਸੀਂ ਸਾਈਟੇਸ਼ਨ ਤੋਂ ਬਚ ਸਕੀਏ। ਉਸ ਤੋਂ ਇਲਾਵਾ ਜਿਹੜੀਆਂ 3 ਸਟੇਟਸ ਹੋਰ ਹਨ ਉਹਨਾਂ ਵਿੱਚ ਨਿਊ ਮੈਕਸੀਕੋ, ਅਗਰ ਅਸੀਂ ਟੈਕਸਸ ਨੂੰ ਜਾਂ ਹਾਈਵੇ 40 ਦੇ ਉੱਤੇ ਜਾਂ 20 ਦੇ ਉੱਤੇ ਜਾਂ 10 ਦੇ ਉੱਤੇ 20 ਨਹੀਂ 10 ਦੇ ਉੱਤੇ ਜਾਂ ਅਸੀਂ 40 ਦੇ ਉੱਤੇ ਰਨ ਕਰਦੇ ਹਾਂ ਜਾਂ ਅਸੀਂ ਨਿਊ ਮੈਕਸੀਕੋ ਸਟੇਟ ਦੇ ਵਿੱਚ ਜਾਂਦੇ ਹਾਂ ਤਾਂ ਨਿਊ ਮੈਕਸੀਕੋ ਸਟੇਟ ਜਿਹੜੀ ਹੈ ਉਹ ਸਾਨੂੰ ਕੋਈ 4 ਸੈਂਟ ਪਰ ਮਾਈਲਸ। ਸੋ ਜੇਕਰ ਅਸੀਂ ਮੋਟੇ ਰੂਪ ਵਿੱਚ ਮੰਨੀਏ ਨਿਊ ਮੈਕਸੀਕੋ ਅਗਰ 40 ਦੇ ਅਸੀਂ ਜਾਂਦੇ ਹਾਂ ਤੇ ਵਾਪਸ ਆਉਂਦੇ ਹਾਂ ਤੇ ਕਰੀਬ 750 ਮੀਲ ਸਾਡੀ ਜਿਹੜੀ ਹੈ ਉਹ ਬਣਦੀ ਹੈ 750 ਦੇ ਕਰੀਬ। ਸਾਨੂੰ ਅਰਾਊਂਡ $32 ਪਰ ਟ੍ਰਿਪ ਜਿਹੜਾ ਉਹ ਪਰਮਿਟ ਲੈਣਾ ਪੈਂਦਾ। ਅਗਰ ਅਸੀਂ ਉੱਥੇ ਵੀ ਟ੍ਰਿਪ ਪਰਮਿਟ ਬਾਏ ਕਰ ਸਕਦੇ ਹਾਂ, ਨਿਊ ਮੈਕਸੀਕੋ ਜਿਹੜੀ ਸਟੇਟ ਹੈ ਉਹ ਸਾਈਟੇਸ਼ਨ ਦੇ ਮਾਮਲੇ ਵਿੱਚ ਇੰਨੀ ਜ਼ਿਆਦਾ ਸਟ੍ਰਿਕਟ ਨਹੀਂ ਹੈ, ਪਰ ਨਾਲ ਉਹ $45 ਪਰ ਪਰਮਿਟ ਜਾਣ ਦੇ ਔਰ ਆਉਣ ਦੇ। ਮਾਈਲੇਜ ਤੋਂ ਇਲਾਵਾ ਜੇਕਰ ਅਸੀਂ 40 ਦੇ ਜਾਂਦੇ ਹਾਂ $16 ਜਿਹੜੇ ਕਰੀਬ ਇੱਕ ਪਾਸੇ ਜਾਣ ਦੇ ਔਰ $16 ਇੱਕ ਪਾਸੇ ਜਾਣ ਆਉਣ ਦੇ ਹਨ, ਜਿਹੜੇ ਕਿ $32 ਦੇ ਕਰੀਬ ਬਣਦੇ ਹਨ। ਪਰ ਜੇਕਰ ਅਸੀਂ ਪਰਮਿਟ ਤੋਂ ਬਗੈਰ ਉੱਥੇ ਜਾਂਦੇ ਹਾਂ ਤਾਂ ਫਿਰ ਸਾਨੂੰ $45 ਉਹਦੇ ਵਿੱਚ ਐਡ ਕਰਕੇ ਪਰਮਿਟ ਫੀਸ ਬਕਾਇਦਾ ਚਾਰਜ ਕੀਤੀ ਜਾਂਦੀ ਹੈ। ਸੋ $90 ਸਾਨੂੰ ਐਕਸਟਰਾ ਪੇ ਇੱਕ ਟ੍ਰਿਪ ਪਰਮਿਟ ਦੇ ਕਰਨੇ ਪੈਂਦੇ ਹਨ। ਸੋ ਜਿਹੜੇ ਵੀ ਸੱਜਣ ਨਿਊ ਮੈਕਸੀਕੋ ਵਿੱਚ ਜਾਂਦੇ ਹਨ ਉਹਨਾਂ ਨੂੰ ਦਰਖਾਸਤ ਹੈ ਕਿ ਉਹ ਨਿਊ ਮੈਕਸੀਕੋ ਦਾ ਪਰਮਾਨੈਂਟ ਪਰਮਿਟ ਲੈਣ ਔਰ ਬਕਾਇਦਾ ਆਪਣੀ ਕੁਆਟਰਲੀ ਇਫਟਾ ਦੇ ਨਾਲ ਫਾਈਲਿੰਗ ਕਰਨ। ਉਹ ਫਾਈਲਿੰਗ ਕਿਵੇਂ ਕਰਨੀ ਹੈ, ਉਹਦੇ ਵਿੱਚ ਕੀ ਕੀ ਸਾਵਧਾਨੀਆਂ ਵਰਤਣੀਆਂ ਹਨ, ਇਹਦੇ ਬਾਰੇ ਆਪਾਂ ਫਿਰ ਅਗੇਨ ਜਦੋਂ ਫਾਈਲਿੰਗ ਵਾਲਾ ਟੌਪਿਕ ਚੂਜ਼ ਕਰਾਂਗੇ ਉਸ ਦਿਨ ਇਹਦੇ ਬਾਰੇ ਆਪਾਂ ਤਫਸੀਲ ਦੇ ਨਾਲ ਗੱਲ ਕਰਾਂਗੇ। ਉਸ ਤੋਂ ਬਾਅਦ ਅਗਲੀ ਸਟੇਟ ਜਿਹੜੀ ਕੰਟਕੀ, ਖਾਸ ਕਰ ਜਿਹੜੇ ਵੀਰ ਇੰਡੀਆਨਾ, ਇੰਡੀਆਨਾਪੋਲਿਸ, ਓਹਾਇਓ ਵਗੈਰਾ ਦੇ ਵਿੱਚ ਜਾਂਦੇ ਹਨ, ਈਵਨ ਅਰਕਨਸਾਸ ਦੇ ਵਿੱਚ ਜਾਂਦੇ ਹਨ, ਤੇ ਉਹਨਾਂ ਨੂੰ ਵੀ ਕੰਟਕੀ ਪਰਮਿਟ ਦੀ ਜ਼ਰੂਰਤ ਜਿਹੜੀ ਹੈ ਉਹ ਬਹੁਤ ਰਹਿੰਦੀ ਹੈ। ਕੰਟਕੀ ਜਿਹੜੀ ਸਟੇਟ ਹੈ ਉਹ ਕਰੀਬ 2.5 ਸੈਂਟ ਪਰ ਮਾਈਲ ਤੁਹਾਨੂੰ
ਚਾਰਜ ਕਰਦੀ ਹੈ। ਅਗੇਨ ਤੁਹਾਨੂੰ ਪਰਮਿਟ ਲੈ ਕੇ ਕੋਈ ਬੌਂਡ ਭਰਨ ਦੀ ਲੋੜ ਨਹੀਂ। ਨਿਊ ਮੈਕਸੀਕੋ ਔਰ ਕੰਟਕੀ ਔਰ ਨਿਊਯਾਰਕ, ਇਹਨਾਂ ਤਿੰਨਾਂ ਸਟੇਟਾਂ ਵਿੱਚ ਕੋਈ ਬੌਂਡ ਭਰਨ ਦੀ ਜ਼ਰੂਰਤ ਨਹੀਂ ਪੈਂਦੀ। ਤੁਹਾਡੀ ਜਿੰਨੀ ਵੀ ਕੁਆਟਰਲੀ ਮਾਈਲਸ ਬਣਦੇ ਹਨ ਉਹਦੀ ਫਾਈਲਿੰਗ ਕਰਨੀ ਹੁੰਦੀ ਹੈ। ਕਿਵੇਂ ਕਰਨੀ ਹੈ ਉਹ ਆਪਾਂ ਫਿਰ ਅਗੇਨ ਫਾਈਲਿੰਗ ਵਾਲੀ ਦਿਨ ਗੱਲ ਕਰਾਂਗੇ। ਪਰ ਕੰਟਕੀ ਦੇ ਵਿੱਚ ਛੋਟੀ ਜਿਹੀ ਮੈਂ ਟੂਕ ਮਾਤਰ ਗੱਲ ਕਰਾਂ ਕਿ ਅਗਰ ਉਹਦੀ ਫਾਈਲਿੰਗ ਪ੍ਰੋਪਰ ਨਹੀਂ ਕਰਦੇ ਤਾਂ ਉਹਨਾਂ ਦਾ ਫਾਈਨ ਜਿਹੜਾ ਆ ਉਹ ਕਾਫੀ ਜ਼ਿਆਦਾ ਹੈ। ਸੋ ਕੰਟਕੀ ਅਗਰ ਪਰਮਿਟ ਲੈਣੇ ਆ, ਬੇਸ਼ੱਕ ਅਸੀਂ ਉਸ ਸਟੇਟ ਵਿੱਚ ਦੀ ਜਾਈਏ ਜਾਂ ਨਾ ਜਾਈਏ, ਈਵਨ ਨਿਊ ਮੈਕਸੀਕੋ ਵਿੱਚ ਸਾਡੇ ਲਈ ਫਾਈਲਿੰਗ ਕਰਨੀ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਜਿਹੜੀ ਆਖਰੀ ਸਟੇਟ ਹੈ ਉਹ ਹੈ ਨਿਊਯਾਰਕ। ਨਿਊਯਾਰਕ ਜਿਹੜਾ ਹੈਗਾ ਉਹਦੇ ਵਿੱਚ ਵੀ ਸਾਨੂੰ ਪਰਮਿਟ ਲੈਣਾ ਪੈਂਦਾ। ਨਿਊਯਾਰਕ ਸਟੇਟ ਜਿਹੜੀ ਹੈ ਉਹ ਬਕਾਇਦਾ ਫਾਈਨ ਕਰਦੀ ਹੈ ਅਗਰ ਤੁਹਾਡੇ ਕੋਲ ਪਰਮਿਟ ਨਹੀਂ ਹੁੰਦਾ। ਸੋ ਮੋਟੇ ਰੂਪ ਦੇ ਵਿੱਚ ਕੈਲੀਫੋਰਨੀਆ ਤੋਂ ਬਾਹਰ ਨਿਕਲਣ ਵਾਸਤੇ ਬੇਸ਼ੱਕ ਅਸੀਂ ਰੀਨੋ ਨੇਵਾਡਾ ਵੀ ਜਾਣਾ ਹੋਵੇ ਤਾਂ ਸਾਨੂੰ ਜਿਹੜੇ ਘੱਟੋ ਘੱਟ ਪਰਮਿਟ ਉਹ 7 ਪਰਮਿਟਸ ਦੀ ਰਿਕੁਆਇਰਮੈਂਟ ਹੈ, ਜਿਹਦੇ ਵਿੱਚ ICC, DOT, ਜਿਹਨੂੰ ਅਸੀਂ MC ਵੀ ਕਹਿੰਦੇ ਹਾਂ, ਕੈਲੀਫੋਰਨੀਆ CA ਨੰਬਰ, ਮੋਟਰ ਕੈਰੀਅਰ ਪਰਮਿਟ। ਅਗੇਨ ਅਗਰ ਅਸੀਂ ਇੰਟਰਾ ਸਟੇਟ ਆਪਰੇਸ਼ਨ ਨਹੀਂ ਕਰਦੇ ਤਾਂ ਮੋਟਰ ਕੈਰੀਅਰ ਪਰਮਿਟ ਅਸੀਂ ਬਾਹਰ ਕੱਢ ਸਕਦੇ ਹਾਂ। IFTA, UCR ਅਗਰ ਕਾਰਪੋਰੇਸ਼ਨ ਜਾਂ LLC ਜਾਂ ਪਾਰਟਨਰਸ਼ਿਪ ਹੈ ਤਾਂ ਫਿਰ ਇੰਪਲੋਇਰ ਪਰਮਿਟਸ ਇਹਦੇ ਵਿੱਚ ਹੋਰ ਐਡ ਹੋ ਜਾਂਦਾ। ਜੇਕਰ ਸੋਲ ਪ੍ਰੋਪਰਾਈਟਰ ਜਾਂ ਇੰਡੀਵਿਜੂਅਲ ਕੰਪਨੀ ਹੈ ਤਾਂ ਫਿਰ ਸਾਨੂੰ ਇੰਪਲੋਇਰ ਪਰਮਿਟਸ ਦੀ ਜ਼ਰੂਰਤ ਨਹੀਂ ਪੈਂਦੀ। ਸੋ 7:28 ਮਿੰਟ ਹੋ ਚੁੱਕੇ ਹਨ। 2-4 ਮਿੰਟ ਦੇ ਵਿੱਚ ਅਗਰ ਮੈਂ ਹੋਰ ਥੋੜਾ ਜਿਹਾ ਕਿਸੇ ਟੌਪਿਕ ਨੂੰ ਸ਼ੋਅ ਕੇ ਦੇਖਾਂਗਾ, ਪਰ ਜੇਕਰ ਕੋਈ ਵੀ ਸੱਜਣ ਲਾਈਵ ਕਾਲ ਕਰਨਾ ਚਾਹਵੇ ਅੱਜ ਦੇ ਟੌਪਿਕ ਨਾਲ ਸੰਬੰਧਿਤ, ਜੇਕਰ ਅੱਜ ਦੇ ਟੌਪਿਕ ਨਾਲ ਸੰਬੰਧਿਤ ਨਹੀਂ ਹੈ ਤੇ ਸਵਾਲ ਅਸੀਂ ਜ਼ਰੂਰ ਲਵਾਂਗੇ, ਪਰ ਜਿਸ ਦਿਨ ਉਹ ਟੌਪਿਕ ਆਏਗਾ ਉਸ ਦਿਨ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਅਗਰ ਮਿਲਦਾ ਟੌਪਿਕ ਵੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦਾ ਜਵਾਬ ਦਿੱਤਾ ਜਾ ਸਕੇ। ਪਰ ਜੇਕਰ ਕੋਈ ਸੱਜਣ ਸਾਨੂੰ ਕਾਲ ਕਰਨਾ ਚਾਹੁੰਦਾ ਹੈ ਤਾਂ ਸਾਡੇ ਨੰਬਰ ਦੇ ਉੱਤੇ 510-557-6988 ਉੱਤੇ ਉਹ ਹੋਰ 5 ਮਿੰਟ ਵਿੱਚ ਕਾਲ ਕਰ ਸਕਦਾ ਹੈ। ਅਗਰ ਸਾਨੂੰ ਕੁਐਸਚਨ ਹੋਰ ਵੱਧ ਆਉਂਦੇ ਆ ਅਸੀਂ ਇਸ ਲਾਈਵ ਨੂੰ ਹੋਰ ਖਿੱਚ ਸਕਦੇ ਆ, ਪਰ ਜਨਰਲੀ ਜਿਹੜਾ ਸਾਡਾ ਟਾਈਮਿੰਗ ਹੈ ਉਹ 7 ਵਜੇ ਤੋਂ ਲੈ ਕੇ 7:30 ਤੱਕ ਹੀ ਹੋਵੇਗਾ। ਸੋ ਅਗੇਨ ਸਾਡਾ ਫੋਨ ਨੰਬਰ ਹੈਗਾ 510-557-6988। ਤੁਸੀਂ ਜਦੋਂ ਚਾਹੋ ਸਾਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਲਾਸਟ ਜਿਹੜਾ ਅਸੀਂ ਟੌਪਿਕ ਲਿਆ ਸੀ ਉਹਦੇ ਵਿੱਚ ਮੈਂ ਅਖੀਰ ਦੇ ਉੱਤੇ ਬੇਨਤੀ ਕੀਤੀ ਸੀ, ਮੈਂ ਅੱਜ ਵੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਕਿਸੇ ਵੀ ਸਟੇਟਮੈਂਟ ਨੂੰ, ਸਾਡੀ ਕਿਸੇ ਵੀ ਗੱਲਬਾਤ ਨੂੰ ਤੁਸੀਂ ਸਾਡੇ ਖਿਲਾਫ ਕਿਸੇ ਵੀ ਕੋਰਟ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨਹੀਂ ਵਰਤ ਸਕਦੇ, ਕਿਉਂਕਿ ਅਸੀਂ ਜੋ ਵੀ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਪਿਛਲੇ 17 ਸਾਲ ਦੇ ਐਕਸਪੀਰੀਅੰਸ ਦੇ ਜਾਂ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ ਗੱਲ ਕਰਦੇ ਹਾਂ। ਇਸ ਸ਼ੋਅ ਦਾ ਮਕਸਦ ਕਦਾਚਿਤ ਵੀ ਗਲੋਬਲ ਟਰੱਕ ਪਰਮਿਟਸ ਨੂੰ ਪ੍ਰਮੋਟ ਕਰਨਾ ਨਹੀਂ ਹੈ। ਸਾਡੇ ਕੋਲ ਮਹਾਰਾਜ ਦੀ ਕਿਰਪਾ ਦੇ ਨਾਲ ਜਿੰਨਾ ਕੁ ਬਿਜ਼ਨਸ ਅਸੀਂ ਕਰ ਸਕਦੇ ਹਾਂ, ਜਿੰਨਾ ਕੁ ਸਾਨੂੰ ਚਾਹੀਦਾ, ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਕੋਲ ਐਨਫ ਬਿਜ਼ਨਸ ਹੈਗਾ। ਪਰ ਕਿਉਂਕਿ ਇਸ ਬਿਜ਼ਨਸ ਦੇ ਵਿੱਚੋਂ, ਇਸ ਭਾਈਚਾਰੇ ਦੇ ਵਿੱਚੋਂ ਸਾਡਾ ਸਾਰਾ ਧਰਮਦਾਰ, ਸਾਡੀ ਸਾਰੀ ਜ਼ਿੰਦਗੀ ਚੱਲ ਰਹੀ ਹੈ। ਸੋ ਸਾਡੇ ਇਹ ਇਖਲਾਕੀ ਫਰਜ਼ ਬਣਦੇ ਹਨ ਕਿ ਅਸੀਂ ਇਹਨਾਂ ਪ੍ਰੋਗਰਾਮਸ ਨੂੰ ਵਾਸਤੇ ਟਾਈਮ ਕੱਢੀਏ ਤਾਂ ਕਿ ਉਹ ਸੱਜਣ ਜਿਹੜੇ ਸਾਡੇ ਕੋਲ ਬੀਇੰਗ ਐਨ ਏਜੰਟ ਨਹੀਂ ਵੀ ਕੰਮ ਕਰਾਉਂਦੇ, ਉਹ ਸਾਡੇ ਕਲਾਇੰਟ ਨਹੀਂ ਵੀ ਹਨ, ਉਹ ਵੀ ਇਸ ਚੀਜ਼ ਦਾ ਫਾਇਦਾ ਉਠਾ ਸਕਣ। ਇਸ ਤੋਂ ਇਲਾਵਾ ਸਾਨੂੰ ਕਦੀ ਵੀ ਤੁਹਾਨੂੰ ਕਿਸੇ ਚੀਜ਼ ਦੀ ਸਲਾਹ ਦੀ ਲੋੜ ਹੈ, ਤੁਸੀਂ ਤੁਹਾਨੂੰ ਕੋਈ ਕੁਐਸਚਨ ਹੈ ਤੁਹਾਡਾ, ਤੁਸੀਂ ਮੇਰੇ ਸੈੱਲ ਫੋਨ ਨੰਬਰ 510-557-6988 ਦੇ ਉੱਤੇ ਸਾਨੂੰ ਤੁਸੀਂ ਕੁਐਸਚਨ ਆਪਣਾ ਲਿਖ ਕੇ ਭੇਜ ਸਕਦੇ ਹੋ। ਅਗਰ ਸਾਡਾ ਤੁਸੀਂ ਇਹ ਸ਼ੋਅ ਜਿਹੜਾ ਹੈ ਉਹ ਬਾਅਦ ਵਿੱਚ ਵੀ ਸੁਣਦੇ ਹੋ ਤੇ ਤੁਸੀਂ ਸਾਨੂੰ ਬਾਅਦ ਵਿੱਚ ਵੀ ਕਾਲ ਕਰ ਸਕਦੇ ਹੋ, ਸਾਨੂੰ ਬਾਅਦ ਵਿੱਚ ਮੈਸੇਜ ਛੱਡ ਸਕਦੇ ਹੋ। ਸਾਡੇ ਆਫਿਸ ਦੇ ਫੋਨ ਨੰਬਰ 209-636-0880 209-636-0880 ਜਾਂ 209-636-0880 ਉਸ ਫੋਨ ਦੇ ਉੱਤੇ ਵੀ ਤੁਸੀਂ ਸਾਨੂੰ ਟੈਕਸਟ ਮੈਸੇਜ ਭੇਜ ਸਕਦੇ ਹੋ, WhatsApp ਮੈਸੇਜ ਕਰ ਸਕਦੇ ਹੋ, ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦਾ ਲਿਖ ਕੇ, ਤਾਂ ਕਿ ਜਿੰਨੇ ਵੀ ਤੁਹਾਡੇ ਕੋਲੋਂ ਸਾਨੂੰ ਕੁਐਸਚਨ ਵੱਧ ਆਉਣਗੇ ਅਸੀਂ ਉਸ ਹਿਸਾਬ ਦੇ ਨਾਲ ਆਪਣੇ ਟੌਪਿਕ ਜਿਹੜੇ ਆ ਉਹ ਚੂਜ਼ ਕਰ ਸਕਦੇ ਹਾਂ। ਸੋ ਸਾਡਾ ਅਗਲਾ ਜਿਹੜਾ ਟੌਪਿਕ ਹੈ, ਜਿਹੜਾ ਸਾਡਾ ਅਗਲੇ ਸੰਡੇ ਦਾ ਟੌਪਿਕ ਹੋਵੇਗਾ ਉਹ ਲਾਇਸੈਂਸ ਪਲੇਟ, IRP, ਲੋਕਲ ਪਲੇਟ ਔਰ ਟ੍ਰੇਲਰ ਪਲੇਟ। ਇਹਨਾਂ ਤਿੰਨਾਂ ਨੂੰ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਰ ਅਸੀਂ ਇਹਨਾਂ ਵਿੱਚੋਂ 3 ਟੌਪਿਕ ਅਗਰ ਨਹੀਂ ਕਵਰ ਕਰ ਸਕੇ ਇੱਕ ਦਿਨ ਦੇ ਸ਼ੋਅ ਅੰਦਰ, ਤਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ 2 ਸ਼ੋਅਜ਼ ਦੇ ਵਿੱਚ ਲਵਾਂਗੇ। ਸਾਡਾ ਜਿਹੜਾ ਅਗਲਾ ਮੁੱਦਾ ਹੋਏਗਾ IRP ਪਲੇਟ
ਲੈਣ ਵਾਸਤੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਕਿਹੜੀਆਂ-ਕਿਹੜੀਆਂ ਸਾਡੀਆਂ ਰਿਕੁਆਇਰਮੈਂਟਸ ਹਨ, ਸਾਨੂੰ ਕਿਹੜੇ-ਕਿਹੜੇ ਸਾਨੂੰ ਡਾਕੂਮੈਂਟਸ ਚਾਹੀਦੇ ਹਨ, ਇਹ ਸਾਰੇ ਬਾਰੇ ਅਸੀਂ IRP ਪਲੇਟ ਬਾਰੇ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਸ਼ੱਕ ਸ਼ੁਬੇ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੁਐਸਚਨ ਆ, ਅਸੀਂ ਉਹਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਕੋਲ ਅਗਲੇ ਐਤਵਾਰ ਤੱਕ 7 ਦਿਨ ਹਨ, ਤੁਸੀਂ IRP ਬਾਰੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ, ਟ੍ਰੇਲਰ ਪਲੇਟਸ ਬਾਰੇ, ਟ੍ਰੇਲਰ ਦੀਆਂ ਲਾਇਸੈਂਸ ਪਲੇਟ, ਖਾਸ ਕਰਕੇ ਕੈਲੀਫੋਰਨੀਆ ਵਿੱਚ ਰਜਿਸਟਰ ਕਰਾਉਣ ਦੇ ਕੀ ਫਾਇਦੇ ਹਨ, ਕੀ ਨੁਕਸਾਨ ਹਨ, ਜਾਂ ਆਪਣਾ ਮੇਲ ਸਟੇਟ ਜਿੱਦਾਂ ਕਿ ਅੱਜ ਕੱਲ੍ਹ ਬਹੁਤ ਪ੍ਰਚਲਿਤ ਪਲੇਟ ਹੈਗੀ ਆ, ਉਹਦੇ ਕੀ ਨੁਕਸਾਨ ਹਨ, ਕੀ ਫਾਇਦੇ ਹਨ, ਇਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਬਕਾਇਦਾ ਗੱਲਬਾਤ ਕਰਾਂਗੇ। ਸਾਡਾ ਅਗਲਾ ਟੌਪਿਕ ਜਿਹੜਾ ਇਹ ਲਾਇਸੈਂਸ ਪਲੇਟ ਕਿਵੇਂ ਰਜਿਸਟਰ ਕਰਾਉਣੀ ਹੈ ਔਰ ਟਾਈਟਲ ਕਿਵੇਂ ਟ੍ਰਾਂਸਫਰ ਕਰਾਉਣਾ। ਅਕਸਰ ਅਸੀਂ ਟਰੱਕ ਟਾਈਟਲ ਦੇ ਮਾਮਲੇ 'ਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਔਰ ਇਹਨਾਂ ਸਾਰੀਆਂ ਗਲਤੀਆਂ ਜਿਹੜੀਆਂ ਉਹ ਕਿਵੇਂ ਨਹੀਂ ਕਰਨੀਆਂ, ਇਹਨਾਂ ਟੌਪਿਕਸ ਨੂੰ ਵੀ ਅਸੀਂ ਹੌਲੀ-ਹੌਲੀ ਆਪਣੇ ਜਿਹੜੇ ਫੇਸਬੁੱਕ ਲਾਈਵ ਆ ਉਹਨਾਂ ਦਾ ਹਿੱਸਾ ਬਣਾਵਾਂਗੇ। ਸੋ ਅੱਜ ਮੇਰਾ ਖਿਆਲ ਆ 7:35 ਹੋ ਚੁੱਕੇ ਹਨ। ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਜਾ ਚੁੱਕਾ। ਫਿਰ ਮੈਂ ਐਂਡ ਦੇ ਉੱਤੇ ਫਿਰ ਤੁਹਾਨੂੰ ਅਪੀਲ ਕਰਾਂਗਾ ਕਿ ਸਾਡੇ ਇਹ ਫੇਸਬੁੱਕ ਲਾਈਵ ਜਿਹੜੇ ਆ ਇਹ ਬਕਾਇਦਾ ਸਾਡੇ ਟਰੱਕਿੰਗ ਭਾਈਚਾਰਾ YouTube ਚੈਨਲ ਟਰੱਕਿੰਗ ਭਾਈਚਾਰਾ ਉਹਦੇ ਉੱਤੇ ਅਸੀਂ ਹਰ ਸੰਡੇ ਜਾਂ ਹਰ ਮੰਡੇ ਦੀ ਸਵੇਰ ਨੂੰ ਪਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਤੁਸੀਂ ਵੱਧ ਤੋਂ ਵੱਧ ਉਹਨਾਂ ਤੇ ਜਾ ਕੇ ਸੁਣੋ, ਆਪ ਵੀ ਇਹਦਾ ਬੈਨੀਫਿਟ ਲਓ, ਆਪਣੇ ਹੋਰ ਜਿਹੜੇ ਸੱਜਣ ਮਿੱਤਰ ਆ ਜਿਹੜੇ ਟਰੱਕਿੰਗ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਭੇਜੋ, ਉਹ ਵੀ ਲਾਈਕ ਕਰਨ, ਉਹ ਵੀ ਸਬਸਕ੍ਰਾਈਬ ਕਰਨ, ਨੋਟੀਫਿਕੇਸ਼ਨ ਦਾ ਬਟਨ ਦਬਾਉਣ, ਤਾਂ ਕਿ ਇਹ ਜਿਹੜੀ ਨੌਲੇਜ ਹੈ, ਜਿਹੜਾ ਗਿਆਨ ਆ, ਅਸੀਂ ਇਹਨੂੰ ਵੱਧ ਤੋਂ ਵੱਧ ਵੰਡ ਸਕੀਏ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਖਿਮਾ ਜਾ ਚੁੱਕਾ। ਸ਼ਬਾ ਖੈਰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।